कि मैं बहुतिਆਂ ਨੂੰ ਤਾਂ ਜਾਣਦਾ ਨਹੀਂ, ਮੈਂ ਭੁਪਿੰਦਰ ਸਿੰਘ ਮਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਜਿਹੜੇ ਬੰਦੇ ਨੇ 85 'ਚ ਸਾਡਾ ਅੰਦੋਲਨ ਫੇਲ ਕੀਤਾ ਸੀ ਔਰ ਇਹ ਸੱਜਣ ਨੇ 29 ਲੱਖ ਰੁਪਏ ਦਾ ਸਾਡਾ ਆਟਾ ਤੇ ਗੁੜ ਵੇਚ ਕੇ ਤੇ ਰਾਜ ਸਭਾ ਦੀ ਮੈਂਬਰੀ ਲਈ ਸੀ। ਤੇ ਇਹਨੇ ਇਹੋ ਜਿਹੇ ਗਦਾਰਾਂ ਤੋਂ ਅਸੀਂ ਕੀ ਆ ਸਕਦੇ? ਸ਼ਾਂਤਮਈ, ਨਾ ਕਿ ਕਿਸੇ ਦਾ ਪ੍ਰੋਗਰਾਮ ਡਿਵੈਲਪ ਕਰਨਾ। 26 ਜਨਵਰੀ ਬਹੁਤ ਵੱਡਾ ਪ੍ਰੋਗਰਾਮ ਹੈ, ਅਸੀਂ ਇਹ ਨਹੀਂ ਚਾਹੁੰਦੇ ਕਿ ਹਿੰਦੁਸਤਾਨ ਦੀ ਬੇਇੱਜ਼ਤੀ ਬਾਹਰਲੇ ਦੇਸ਼ਾਂ 'ਚ ਹੋਵੇ। ਜਾਂ ਪੂਰਾ ਸਾਲ ਦਾ ਕੀ, ਚਾਹੇ ਇੱਥੇ 4 ਸਾਲ ਲੱਗ ਜਾਣ, ਤੁਸੀਂ ਪ੍ਰਬੰਧ ਦੇਖ ਕੇ ਰਹੋ। ਅਸੀਂ ਉਹਦੀ ਕੋਈ ਪਰਵਾਹ ਨਹੀਂ ਕਰਦੇ, ਜੋ ਮਰਜ਼ੀ ਖਾਲਿਸਤਾਨ ਕਹਿਣ, ਜੋ ਮਰਜ਼ੀ ਕਹਿਣ, ਫੰਡਿੰਗ ਕਹਿਣ, ਜੋ ਮਰਜ਼ੀ ਸੇਵਾ ਕਰਦੇ ਆ। ਅਸੀਂ ਕਿਸਾਨ ਹਮੇਸ਼ਾ ਨਹੀਂ ਜੀ, ਨਕਸਲਾਈਟ ਤਾਂ ਸਾਨੂੰ ਤਾਂ ਇਹ ਸ਼ਬਦ ਬੜਾ ਮਾੜਾ ਪਤਾ ਲੱਗਿਆ ਜੀ, ਬੜਾ। ਅਸੀਂ ਗਰੋਲ ਕਿਸਾਨ ਬੈਠੇ ਆ ਜੀ, ਅਸੀਂ ਜ਼ਿਮੀਂਦਾਰ ਬੈਠੇ ਆ, ਅਸੀਂ ਇਹਨਾਂ ਦਾ ਪੇਟ ਪਾਲਦੇ ਆ, ਸਾਨੂੰ कई कुछ बोली जाते हैं। हमने तो बड़े भाइयों का इतना ताम झाम, इतनी चीज़ें देख के हैरान है कि हमारा दिल करता भाइयों से आगे 26 जनवरी के आगे हम घुसेंगे दिल्ली में, क्योंकि सोनिहाल बड़े भाइयों के सामने ये कि पहले हम जाएंगे, सरकार का घुटनों के बल लाएंगे, साल भर तक भी चलेगा तो भी डटे रहेंगे। अगर मोदी जी नहीं माने तो दिल्ली के ऊपर आक्रमण कर देंगे, मानेंगे हम भी नहीं। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਕਸ। ਕੱਲ੍ਹ ਸੁਪਰੀਮ ਕੋਰਟ ਦੇ ਅੰਤਰਿਮ ਫੈਸਲੇ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਗਿਆ ਕਿ ਉਹ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਿਸੇ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਣਗੇ, ਨਾ ਹੀ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣਗੇ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਮੁਕੰਮਲ ਤੌਰ ਤੇ ਰੱਦ ਨਹੀਂ ਹੋ ਜਾਂਦੇ ਉਹ ਕਿਸੇ ਫੈਸਲੇ ਨੂੰ ਨਹੀਂ ਮੰਨਦੇ ਹੈ। ਤੇ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਨਵਾਂ ਦਿਨ ਚੜ੍ਹਿਆ ਹੈ। ਅਸੀਂ KMP ਐਕਸਪ੍ਰੈਸ ਹਾਈਵੇ ਦੇ ਨਜ਼ਦੀਕ ਹਾਂ। ਉਹ KMP ਐਕਸਪ੍ਰੈਸ ਹਾਈਵੇ ਹੈ ਤੇ ਇਸ ਸਮੇਂ ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ ਜਾਣ ਵਾਲੇ ਸਿੱਧੇ ਰਸਤੇ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਸਾਰੇ ਟੈਂਟ ਲੱਗੇ ਹੋਏ ਨੇ, ਬਹੁਤ ਸਾਰੇ ਟੈਂਟ ਲੱਗੇ ਹੋਏ ਨੇ ਤੇ ਘੱਟੋ ਘੱਟ ਨਹੀਂ ਇੱਥੇ 5000 ਲੋਕਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਹੈ। ਸੋ 26 ਜਨਵਰੀ ਨੂੰ ਕਿਸਾਨਾਂ ਨੂੰ ਬੁਲਾਵਾ ਦਿੱਤਾ ਗਿਆ ਹੈ, ਇੱਥੇ ਆਉਣ ਲਈ ਕਿਹਾ ਗਿਆ ਹੈ। ਸੋ ਸਾਰਿਆਂ ਦੇ ਰਹਿਣ ਦੇ ਪ੍ਰਬੰਧ ਇੱਥੇ ਮੁਕੰਮਲ ਤੌਰ ਤੇ ਕੀਤੇ ਜਾ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿ ਰਖੜਾ ਪਰਿਵਾਰ ਅਤੇ USA NRI ਮਿਡ ਵੈਸਟ, ਜਾਂ ਤੁਸੀਂ ਕਹਿ ਸਕਦੇ ਹੋ ਕਿ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਚੈਰੀਟੇਬਲ ਟਰਸਟ ਵੱਲੋਂ ਇਹ ਇੰਤਜ਼ਾਮਾਤ ਕੀਤੇ ਗਏ ਨੇ। ਆਓ ਗੱਲ ਕਰਦੇ ਹਾਂ ਇੱਥੇ ਦੇ ਪ੍ਰਬੰਧਕਾਂ ਦੇ ਨਾਲ ਤੇ ਪੁੱਛਦੇ ਹਾਂ ਕਿ ਹੋਰ ਕੀ ਪ੍ਰਬੰਧ ਨੇ ਜੇਕਰ ਕਿਸਾਨ ਇੱਥੇ ਆਉਂਦੇ ਨੇ ਅਗਲੇ ਐਕਸ਼ਨ ਦੇ ਲਈ, ਅਗਲੀ ਮੂਵਮੈਂਟ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਹਾਡਾ ਸ਼ੁਭ ਨਾਮ ਜੀ? ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ? ਸਾਨੂੰ ਇੱਥੇ ਆਇਆਂ ਨੂੰ ਤਾਂ ਹੋ ਗਏ, ਹੁਣ 9 ਤਰੀਕ ਦੇ ਆਏ ਹੋਏ ਸੀ ਉਰੇ। ਹਾਂਜੀ। ਤੇ ਕੱਲ ਸੁਪਰੀਮ ਕੋਰਟ ਵੱਲੋਂ ਅੰਤਰਿਮ ਫੈਸਲਾ ਦਿੱਤਾ ਗਿਆ ਹੈ ਕਿ ਜੀ ਜਿਹੜੇ ਕਾਨੂੰਨ ਨੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਤੇ ਕੀ ਲੱਗਦਾ ਕਿ ਕਿਸਾਨ ਕਿਉਂ ਨਹੀਂ ਮੰਨ ਰਹੇ ਉਹਨਾਂ ਦੇ ਇਸ ਫੈਸਲੇ ਨੂੰ? ਨਹੀਂ, ਕਿਸਾਨ ਇਹ ਨਹੀਂ ਮੰਨਦੇ, ਕਾਨੂੰਨ ਰੱਦ ਕਰਾਉਣਾ ਚਾਹੁੰਦੇ ਹਾਂ ਅਸੀਂ, ਰੱਦ ਕਰਾਏ ਬਿਨਾਂ ਗੱਲ ਨਹੀਂ ਬਣਨੀ ਹੈਗੀ। ਤੇ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਵੱਡਾ ਟੈਂਟ ਲਾਇਆ ਗਿਆ ਹੈ। ਕੀ ਇੰਤਜ਼ਾਮ ਕੀਤੇ ਗਏ ਨੇ ਇੱਥੇ ਕਿਸਾਨਾਂ ਦੇ? ਬਹੁਤ ਵਧੀਆ ਨੇ ਜੀ। ਉਰੇ ਰਖੜਾ ਪਰਿਵਾਰ ਨੇ, ਸਾਡੇ ਦਰਸ਼ਨ ਸਿੰਘ ਧਾਲੀਵਾਲ USA ਤੋਂ, ਇਹ ਪਹਿਲਾਂ ਵੀ ਇਹ ਸੇਵਾ ਕਰਦੇ ਨੇ ਜਨਤਾ ਦੀ। ਪਹਿਲਾਂ ਇਹਨਾਂ ਨੇ ਤਾਮਿਲਨਾਡੂ ਦੇ ਵਿੱਚ 5 ਕਰੋੜ ਰੁਪਏ ਦਾ ਰਾਸ਼ਨ ਵੰਡਿਆ ਉੱਥੇ ਸੁਨਾਮੀ ਲਹਿਰਾਂ ਦੇ ਵਿੱਚ। ਇਹਨਾਂ ਦੇ ਨਾਲ ਦਰਸ਼ਨ ਸਿੰਘ ਧਾਲੀਵਾਲ, ਰਖੜਾ ਪਰਿਵਾਰ ਪੂਰਾ, ਸੂਬੇਦਾਰ ਟਰਸਟ ਤੁਸੀਂ ਦੇਖਦੇ ਹੋ, ਸਾਡੇ ਬਾਪੂ ਜੀ ਬਾਬਾ ਜੀ ਲੱਗਦੇ ਸੀ। ਇਹਨਾਂ ਪਹਿਲਾਂ ਵੀ ਇਹ ਸ਼ੁਰੂ ਤੋਂ ਹੀ ਸੇਵਾ ਕਰਦੇ ਨੇ। ਸਾਡੇ ਲਾਗੇ ਸ਼ੂਗਰ ਮਿਲ ਰਖੜਾ ਹੁੰਦੀ ਸੀ, ਉੱਥੇ ਇਹਨਾਂ ਨੇ ਜਿੰਨੇ ਵੀ ਰਖੜੇ ਦੇ ਵਿੱਚ ਟਰਾਲੀਆਂ ਲੈ ਕੇ ਆਉਂਦੇ ਸੀ ਉਹਨਾਂ ਨੂੰ, ਜ਼ਿਮੀਂਦਾਰਾਂ ਨੂੰ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਸੀ। ਉਹਨਾਂ ਦੇ ਰੀਤ 'ਤੇ ਚੱਲਦੇ ਹੋਏ ਸਾਡੇ ਦਰਸ਼ਨ ਸਿੰਘ ਜੀ ਧਾਲੀਵਾਲ ਸਾਹਿਬ, ਪੂਰਾ ਰਖੜਾ ਪਰਿਵਾਰ ਉਹੀ ਰੀਤ 'ਤੇ ਚੱਲ ਰਿਹਾ ਜੀ। ਤੇ ਇੱਕ ਗੱਲ ਕਹੀ ਜਾ ਰਹੀ ਸੀਗੀ ਕਿ ਜਿਹੜੇ ਸਾਡੇ ਪੰਜਾਬੀ ਨੇ ਇਹ ਘੱਟੋ ਘੱਟ ਨਹੀਂ ਤਾਂ ਸਾਲ ਦਾ ਇੰਤਜ਼ਾਮ ਕਰਕੇ ਚੱਲੇ ਨੇ। ਕੀ ਉਹੋ ਜਿਹੇ ਇੰਤਜ਼ਾਮ ਇੱਥੇ ਦੇਖਣ ਨੂੰ ਮਿਲ ਰਹੇ ਨੇ? ਹਾਂਜੀ ਹਾਂ, ਪੂਰਾ ਸਾਲ ਦਾ ਕੀ, ਚਾਹੇ ਇੱਥੇ 4 ਸਾਲ ਲੱਗ ਜਾਣ, ਤੁਸੀਂ ਪ੍ਰਬੰਧ ਦੇਖ ਰਹੇ ਹੋ। ਜੀ ਹਾਂਜੀ। ਆਓ ਆਪਾਂ ਦੇਖਦੇ ਹਾਂ ਕੀ ਪ੍ਰਬੰਧ ਕੀਤੇ ਗਏ ਨੇ। ਸਰਦਾਰ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਤਕੜੇ ਪ੍ਰਬੰਧ। ਦੇਖੋ ਸਟੋਰ ਆਪਣੇ ਭਰੇ ਪਏ ਨੇ, ਰਾਸ਼ਨ ਤਾਂ ਵੱਧ ਤੋਂ ਵਾਧੂ ਆ। ਕੋਈ ਹਰ ਤਰ੍ਹਾਂ ਦਾ ਲੰਗਰ ਹੈ, ਮੂੰਗਫਲੀ ਤੋਂ ਲਾ ਕੇ ਤੇ ਕਾਜੂ ਤੱਕ ਉਰੇ ਲੰਗਰ ਚੱਲ ਰਹੇ। ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਜਿੰਨੇ ਵੀ ਹੋਰ ਵੀਰ ਕਿਸਾਨ ਵੀਰ ਪੰਜਾਬ ਦੇ ਵਿੱਚ ਨੇ ਉਹ ਇੱਥੇ ਆ ਕੇ ਜਿਹੜਾ ਇਹ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਣ। ਤੇ ਕੀ ਇੰਤਜ਼ਾਮ ਨੇ ਇੱਥੇ ਰਹਿਣ ਵਾਸਤੇ ਉਹਨਾਂ ਦੇ? ਦੇਖੋ ਟੈਂਟ ਲੱਗੇ ਹੋਏ ਨੇ, ਕਿਸਾਨਾਂ ਨੂੰ ਕੋਈ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਵੇ, ਬਾਰਿਸ਼ ਵੀ ਆ ਜਾਏ ਤਾਂ ਵੀ ਕੋਈ ਗੱਲ ਨਹੀਂ। ਹਰ ਤਰ੍ਹਾਂ ਦੇ ਟੈਂਟ ਲੱਗੇ ਨੇ, ਪ੍ਰਬੰਧ ਪੂਰਾ ਵਾਟਰਪ੍ਰੂਫ ਨੇ? ਵਾਟਰਪ੍ਰੂਫ ਟੈਂਟ ਨੇ। ਹਾਂਜੀ ਹਾਂਜੀ ਜ਼ਰੂਰ।
ਰੱਦ ਹਾਂ ਲੰਗਰ ਚੱਲ ਰਿਹਾ ਤੇ ਰੱਦ ਦਾ ਕਾਨੂੰਨ ਰੱਦ ਕਰਾ ਕੇ ਜਾਣਗੇ ਤੇ ਉਹਨਾਂ ਚਿਰ ਬੈਠੇ ਨੇ ਸੋ ਆਓ ਦੇਖਦੇ ਹਾਂ ਆਪਾਂ ਕਿ ਕੀ ਇੰਤਜ਼ਾਮ ਨੇ। ਬਾਕੀ ਜਿਵੇਂ ਜਿਵੇਂ ਸਾਡੇ ਜੋ ਜਥੇਬੰਦੀਆਂ ਦਾ ਜੋ ਅੱਗੇ ਫੈਸਲਾ ਹੁੰਦਾ ਹੈਗਾ ਉਹਦੇ ਅਕੋਰਡਿੰਗ ਅਸੀਂ ਸਾਰਾ ਕੁਝ ਚੱਲਦੇ ਹਾਂ। ਬਾਕੀ ਜਿਹੜਾ ਸਾਡੇ ਕੋਲ ਇੱਥੇ ਪ੍ਰਬੰਧ ਕੀਤੇ ਗਏ ਨੇ ਅਸੀਂ ਪ੍ਰਬੰਧ ਪੂਰਾ ਬਹੁਤ ਵਧੀਆ ਕੀਤਾ। ਵਾਟਰਪ੍ਰੂਫ ਟੈਂਟ ਲਾ ਕੇ ਨਾਲ ਬਿਸਤਰਾ ਕੰਬਲ ਰਜਾਈ ਨਾਲ ਸਰਾਣਾ ਸਾਰਾ ਕੁਝ, ਮਤਲਬ ਖਾਣ ਪੀਣ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ। ਅਸੀਂ ਰਾਸ਼ਨ ਬਹੁਤ ਲੈ ਕੇ ਆਏ ਹਾਂ। ਬਾਕੀ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਅਸੀਂ ਫੋਨ ਕਰਦੇ ਹਾਂ, ਸਾਡਾ ਸਮਾਨ ਉੱਥੋਂ ਪਟਿਆਲੇ ਤੋਂ ਇੱਥੇ ਪਹੁੰਚ ਜਾਂਦਾ। ਸਾਡੇ ਸਰਦਾਰ ਸਾਹਿਬ ਦਰਸ਼ਨ ਸਿੰਘ ਜੀ ਉੱਥੇ ਬੈਠੇ ਨੇ, ਅੱਜ ਉਹਨਾਂ ਨੇ ਲੋਹੜੀ ਦੇ ਸਪੈਸ਼ਲ ਉਰੇ ਵੀ ਆਉਣਾ। ਪਹਿਲਾਂ 2 ਰਾਤਾਂ ਦਿਨ ਇੱਥੇ ਲਾ ਕੇ ਗਏ ਨੇ ਪਰਿਵਾਰ ਨਾਲ ਉਹ, ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਏਗੀ। ਕਿਸੇ ਵੀ ਲੰਗਰ ਦੇ ਵਿੱਚ ਕਿੱਥੇ ਕੋਈ ਘਾਟ ਆਉਂਦੀ ਹੈਗੀ ਅਸੀਂ ਉੱਥੇ ਵੀ ਸਮਾਨ ਭੇਜਦੇ ਹਾਂ ਇੱਥੋਂ ਆਪਣੇ ਵੱਲੋਂ। ਇੱਥੋਂ ਵੀ ਸਮਾਨ ਜਾਂਦਾ ਜੀ। ਹਾਂਜੀ ਹਾਂ, ਕਿਸੇ ਵੀ ਬਾਰਡਰ ਤੇ ਕਿਤੇ ਕੋਈ ਲੋੜ ਪੈਂਦੀ ਹੈਗੀ ਆ, ਰਾਸ਼ਨ ਜੋ ਚਾਹੀਦਾ, ਸਬਜ਼ੀ ਦੁੱਧ ਵਗੈਰਾ ਜੋ ਕਿਸੇ ਚੀਜ਼ ਦੀ ਲੋੜ ਹੁੰਦੀ ਆ ਅਸੀਂ ਭੇਜਦੇ ਹਾਂ। ਕਿਸੇ ਨੇ ਇੱਥੇ ਰਹਿਣਾ ਆ ਕੇ ਤਾਂ ਉਹਦੇ ਲਈ ਅਸੀਂ ਪ੍ਰਬੰਧ ਕਰਕੇ ਦਿੰਦੇ ਹਾਂ, ਖਾਣ ਪੀਣ ਦਾ ਵੀ ਰਹਿਣ ਦਾ ਵੀ। ਇੱਕ ਸ਼ਬਦ ਵਰਤਿਆ ਗਿਆ ਕੱਲ ਸੁਪਰੀਮ ਕੋਰਟ ਦੇ ਵਿੱਚ ਵੀ, ਉਹਨਾਂ ਨੇ ਕਿਹਾ ਹੈ ਕਿ ਖਾਲਿਸਤਾਨੀ ਸੰਗਠਨਾਂ ਵੱਲੋਂ ਫੰਡਿੰਗ ਹੋ ਰਹੀ ਹੈ। ਦੇਖੋ ਜੀ ਇਹ ਤਾਂ ਹੁਣ ਜੋ ਮਰਜ਼ੀ ਕਹੀ ਜਾਣਾ, ਫੰਡਿੰਗ ਦਾ ਕੀ ਇਹਦੇ 'ਚ ਫੰਡਾ ਰਹਿ ਜਾਂਦਾ ਹੈਗਾ ਕਿ ਸੇਵਾ ਤੌਰ ਤੇ ਆਪਾਂ ਲੰਗਰ ਵਰਤਾ ਰਹੇ ਹਾਂ। ਜਿਹੜੇ ਇੱਥੇ ਦੇ ਲੋਕ ਰਹਿਣ ਵਾਲੇ ਹੈਗੇ ਨੇ ਉਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਇਹ ਕੀ ਕਰਦੇ ਨੇ ਇੱਥੇ। ਅਸੀਂ ਤਾਂ ਮਤਲਬ ਇਕੱਲਾ ਕਿ ਕਿਸਾਨਾਂ ਲਈ ਲੰਗਰ ਨਹੀਂ ਹੈਗਾ, ਲੰਗਰ ਜਿਹੜਾ ਮਰਜ਼ੀ ਆਵੇ ਇੱਥੇ ਸੰਗਤ ਆ ਕੇ ਆਮ ਲੋਕ ਬਹੁਤ ਲੰਗਰ ਛਕ ਕੇ ਜਾਂਦੇ। ਤੁਸੀਂ ਦੁਪਹਿਰ ਦੇ ਟਾਈਮ ਆ ਕੇ ਦੇਖ ਲਿਓ ਸਾਡਾ ਪੂਰਾ ਲੰਗਰ ਹਾਲ ਸਾਰਾ ਭਰਿਆ ਪਿਆ ਹੁੰਦਾ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਸਰਕਾਰਾਂ ਨੇ ਤਾਂ ਦੇਖੋ ਜੋ ਉਹਨਾਂ ਨੇ ਕਹਿਣਾ ਆ ਉਹ ਤਾਂ ਆਪਣੀ ਬੋਲੀ ਜਾਂਦੀਆਂ ਨੇ, ਅਸੀਂ ਉਹਦੀ ਕੋਈ ਪਰਵਾਹ ਨਹੀਂ ਕਰਦੇ। ਜੋ ਮਰਜ਼ੀ ਖਾਲਿਸਤਾਨ ਕਹਿਣ, ਜੋ ਮਰਜ਼ੀ ਕਹਿਣ, ਫੰਡਿੰਗ ਕਹਿਣ, ਜੋ ਮਰਜ਼ੀ ਸੇਵਾ ਕਰਦੇ ਆ। ਕਿਸਾਨ ਹਮੇਸ਼ਾ ਮਤਲਬ ਸੇਵਾ ਪੱਖੋਂ ਅਸੀਂ ਪਿੱਛੇ ਨਹੀਂ ਰਹਿੰਦੇ ਹੈ ਕਦੇ ਵੀ। ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਆਪਾਂ ਇੰਤਜ਼ਾਮ ਦੇਖਦੇ ਹਾਂ ਤੇ ਨਾਲ ਸਾਡੇ ਹੋਰ ਵੀ ਇੱਥੇ ਬਜ਼ੁਰਗ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜੀ ਕੱਲ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤੇ ਆ ਕਿ ਇਹਨਾਂ ਦੇ ਪਾਬੰਦੀ ਲਾ ਦਿੱਤੀ ਜਾਏਗੀ। ਫਿਲਹਾਲ ਪੱਕੀ ਪਾਬੰਦੀ ਨਹੀਂ ਹੈ, ਕਦੇ ਵੀ ਹਟਾਈ ਜਾ ਸਕਦੀ ਹੈ। ਕੀ ਲੱਗਦਾ ਹੈ ਕਿ ਕੀ ਚਾਲ ਹੈ ਸਰਕਾਰ ਦੀ ਇਸ ਪਿੱਛੇ? ਦੇਖੋ ਜੀ ਅਸੀਂ ਤਾਂ ਇਹ ਸੋਚਣਾ, ਅਸੀਂ ਤਾਂ ਅੱਜ ਉਹਨਾਂ ਤੇ ਸੋ ਜਾਂਦੇ ਨਹੀਂ ਜੀ। ਸੁਪਰੀਮ ਕੋਰਟ ਦਾ ਅਸੀਂ ਸਤਿਕਾਰ ਕਰਦੇ ਹਾਂ ਜੀ, ਪਰ ਸੁਪਰੀਮ ਕੋਰਟ ਨੂੰ ਚਾਹੀਦਾ ਜਾਂ ਤਾਂ ਇਹਨਾਂ ਨੂੰ ਰੱਦ ਕਰ ਦੇਣ ਜੀ, ਤੇ ਜੇ ਪਾਬੰਦੀ ਲਾਈ ਆ ਤਾਂ ਉਹ ਜਦੋਂ ਮਰਜ਼ੀ ਰਿਵਿਊ ਕਰਾ ਲੈਣਗੇ। ਉਸ ਤੋਂ ਬਾਅਦ ਜੋ ਮਰਜ਼ੀ ਆਪਣੇ ਕਿਸਾਨ ਉੱਠ ਕੇ ਚਲੇ ਜਾਣਗੇ। 4 ਮੈਂਬਰੀ ਕਮੇਟੀ ਦਾ ਗਠਨ ਕਰਨ ਦੀ ਗੱਲ ਹੋਈ ਹੈ ਜੀ। 4 ਕਮੇਟੀ ਤਾਂ ਪਹਿਲਾਂ ਵੀ ਨਹੀਂ, ਕਿਸਾਨ ਤਾਂ ਮੰਨ ਨਹੀਂ ਰਹੇ ਗੱਲ ਨੂੰ ਜੀ। ਜਦੋਂ ਕਿਸਾਨਾਂ ਨੂੰ ਪਟੀਸ਼ਨ ਦਾਇਰ ਹੀ ਨਹੀਂ ਕੀਤੀ ਜੀ, ਅਸੀਂ ਜਦੋਂ ਉੱਥੇ ਪਹੁੰਚ ਹੀ ਨਹੀਂ ਕੀਤੀ ਤੇ ਫਿਰ ਅਸੀਂ ਉਸ ਗੱਲ ਨੂੰ ਕਿਉਂ ਮੰਨਾਂਗੇ ਜੀ। ਅਸੀਂ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ ਜੀ, ਆਦਰ ਕਰਦੇ ਹਾਂ ਸੁਪਰੀਮ ਕੋਰਟ ਦਾ, ਪਰ ਜਦੋਂ ਸਾਨੂੰ ਲੋੜ ਨਹੀਂ ਸੀ, ਜੇ ਸਾਨੂੰ ਲੋੜ ਹੁੰਦੀ ਅਸੀਂ ਆਪਣੇ ਵਕੀਲ ਕਰਦੇ, ਅਸੀਂ ਆਪਣੀ ਦਾਇਰ ਕਰਦੇ ਪਟੀਸ਼ਨ, ਤੇ ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਕਹਿ ਰਹੇ ਹਾਂ ਵੀ ਉਹ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਣ ਜੀ। 26 ਜਨਵਰੀ ਦੇ ਐਕਸ਼ਨ ਤੋਂ ਕਾਫੀ ਡਰੀ ਹੋਈ ਹੈ ਸਰਕਾਰ, ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਇਹ ਮੰਗ ਰੱਖੀ ਗਈ ਹੈ, ਜਾਂ ਕਹਿ ਲਓ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਜਿਹੜੀ ਸਿਕਿਉਰਿਟੀ ਆ ਉਹ ਪ੍ਰੋਪਰ ਤਿਆਰੀਆਂ ਉਹਨਾਂ ਤੋਂ ਨਹੀਂ ਹੋ ਸਕਦੀਆਂ ਜਿੰਨੇ ਲੋਕ ਇੱਥੋਂ ਜਾ ਰਹੇ ਨੇ। ਤੇ ਕੀ ਲੱਗਦਾ ਕਿ ਕੀ ਕਿਸਾਨ 26 ਜਨਵਰੀ ਦੇ ਐਕਸ਼ਨ ਨੂੰ ਰੋਕਣਗੇ ਜਾਂ ਫਿਰ ਜਾਣਗੇ? ਐਕਸ਼ਨ ਤਾਂ ਕਰਨਗੇ ਜੀ, ਜੋ ਜਥੇਬੰਦੀਆਂ ਦਾ ਫੈਸਲਾ ਉਹ ਕਰਨਗੇ ਜੀ। ਪਰ ਜੇ ਸਿਆਣੀ ਹੋਏ ਸਰਕਾਰ, ਮੋਦੀ ਸਰਕਾਰ ਸਿਆਣੀ ਹੋਏ ਜੀ, ਤੇ 15 ਦੀ ਮੀਟਿੰਗ ਕੁਝ ਫੈਸਲੇ ਕਰ ਦੇਣ ਤੇ ਕਿਸਾਨ ਆਪਣੇ ਘਰਾਂ ਚਲੇ ਜਾਣਗੇ ਜੀ। ਇਹ 26 ਜਨਵਰੀ ਜਿਵੇਂ ਮਰਜ਼ੀ ਮਨਾਉਣ, ਜਿਵੇਂ ਮਰਜ਼ੀ। ਅਸੀਂ ਉਹ 26 ਜਨਵਰੀ ਵਧੀਆ ਦਿਹਾੜਾ ਜੀ, ਆਪਣੇ ਵਾਸਤੇ ਆਜ਼ਾਦੀ ਦਾ ਦਿਹਾੜਾ ਆ ਰਿਹਾ ਹੈ, ਉਹ ਅਸੀਂ ਕਿਸਾਨ ਘਰਾਂ ਨੂੰ ਚਲੇ ਜਾਣਗੇ। 15 ਨੂੰ ਫੈਸਲਾ ਦੇ ਦੇਣ ਵੀ ਚਲੋ ਜੀ ਤੁਸੀਂ ਖੁਸ਼ੀ ਅਸੀਂ ਮੋਦੀ ਸਾਹਿਬ ਆਪ ਅਨਾਉਂਸ ਕਰ ਦੇਣ, ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ। ਪਰ ਸਾਨੂੰ ਸੜਕਾਂ ਤੇ ਨਾ ਰੋਲਣ ਜੀ। ਨਿੱਕੇ ਬੱਚੇ ਨੇ, ਬਜ਼ੁਰਗ ਨੇ, ਮਾਤਾਵਾਂ ਨੇ, ਸਾਡੇ ਉਹ ਠੰਡ 'ਚ ਪਏ ਨੇ, ਥੱਲਿਓਂ ਗਿੱਲਾ ਜੀ, ਉੱਪਰੋਂ ਧੁੰਦ ਪੈਂਦੀ ਹੈ, ਤੁਸੀਂ ਵੇਖ ਰਹੇ ਹੋ ਸਾਰਾ ਜੀ। ਤੇ ਜੇ ਅਸੀਂ ਲੰਗਰਾਂ ਦਾ ਪ੍ਰਬੰਧ ਕਰਦੇ ਹਾਂ ਜੀ, ਹੁਣ ਉਹਨਾਂ ਨੂੰ ਭੁੱਖੇ ਪੇਟ ਤਾਂ ਪਾ ਨਹੀਂ ਸਕਦੇ। ਫਿਰ ਸਾਨੂੰ ਕਹਿੰਦੇ ਅੱਤਵਾਦੀ ਨੇ। ਇਹ ਫੰਡਿੰਗ ਕਿੱਥੋਂ ਆਉਂਦੀ ਹੈ? ਇਹ ਫੰਡਿੰਗ ਆਉਂਦੀ ਹੈ ਜੀ, ਸਾਡਾ ਦੇਖੋ ਸਾਡਾ ਭਾਈਚਾਰਾ ਜੀ, ਤੁਸੀਂ ਦੇਖ ਰਹੇ ਹੋ ਸਾਰਾ ਇੱਥੇ ਵੀ ਫੰਡਿੰਗ ਦੇ ਦੇਖ ਲੈਣ। ਅੱਤਵਾਦੀ ਨੇ, ਇਹ ਉਗਰਵਾਦੀ ਨੇ, ਇਹ ਮਾਓਵਾਦੀ ਨੇ। ਇਹ ਜਿਹੜੇ ਇਹਨਾਂ ਨੂੰ ਪੁੱਛਣ ਜਾ ਕੇ ਲੋਕਲਾਂ ਨੂੰ ਆ ਕੇ, ਜਿਹੜੇ ਲੋਕਲ ਇੱਥੇ ਲੰਗਰ ਛਕਦੇ ਨੇ ਜੀ, ਲੋਕਲ ਜੋ ਵੀ ਇੱਥੇ ਆਪਣੇ ਇਨਸਾਨ ਨੇ, ਜੋ ਲੋਕਲ ਲੋਕ ਨੇ, ਉਹਨੂੰ ਪੁੱਛ ਲੈਣ ਆ ਕੇ ਵੀ ਇਹ ਕਿਵੇਂ ਦੇ ਲੋਕ ਨੇ। ਇਹ ਉੱਥੇ ਬੈਠੇ ਆਪਣੇ ਹੀਟਰ ਲਾ ਕੇ ਜੀ, ਇਹਨਾਂ ਨੂੰ ਸਾਰੇ ਦੇ ਇਹਨਾਂ ਨੂੰ ਇਹ ਨਹੀਂ ਦੱਸਦਾ ਵੀ ਕੀ ਬਣ ਰਿਹਾ ਜੀ। ਇੱਕ ਹੋਰ ਸ਼ਬਦ ਵੀ ਦਿੱਤਾ ਉਹਨਾਂ ਨੇ, ਅਰਬਨ ਨਕਸਲੇਟ ਕਿਸਾਨਾਂ। ਨਹੀਂ ਜੀ, ਨਕਸਲਾਈਟ ਤਾਂ ਸਾਨੂੰ ਤਾਂ ਇਹ ਸ਼ਬਦ ਬੜਾ ਮਾੜਾ ਭੱਦਾ ਲੱਗਿਆ ਜੀ। ਬੜਾ ਅਸੀਂ ਨਰੋਲ ਕਿਸਾਨ ਬੈਠੇ ਹਾਂ ਜੀ, ਅਸੀਂ ਜ਼ਿਮੀਂਦਾਰ ਬੈਠੇ ਹਾਂ, ਅਸੀਂ ਇਹਨਾਂ ਦਾ ਪੇਟ ਪਾਲਦੇ ਹਾਂ, ਸਾਨੂੰ ਕਈ ਕੁਝ ਬੋਲੀ ਜਾਂਦੇ ਨੇ। ਹਾਂ, ਸਾਡੇ ਇੰਨੇ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਦੇਖੋ 76 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ, ਪਰ ਇਹਨਾਂ ਸਰਕਾਰ ਨੂੰ ਕੋਈ ਦਰਦ ਨਹੀਂ, ਕਿਉਂਕਿ ਸਾਡਾ ਰੋਣਾ ਆਉਂਦਾ ਜਦ ਸਾਡੇ ਕਿਸਾਨ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ। ਪਰ ਇਹ ਲੋਕ ਲੀਡਰ ਨੇ ਜੋ ਇਹ ਕਹਿੰਦੇ ਕਿ ਪਿਕਨਿਕ ਮਨਾਉਂਦੇ ਨੇ, ਅਸੀਂ ਦੱਸ ਤੇ ਪਿਕਨਿਕ ਮਨਾਉਣਾ ਹੈ? ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ।
ਇਹ ਪਰਿਵਾਰ ਦਾ ਬਹੁਤ ਵੱਡਾ ਉਪਰਾਲਾ ਹੈ। ਤੁਸੀਂ ਦੇਖ ਰਹੇ ਹੋ ਸਾਰਾ ਪ੍ਰਬੰਧ ਹੈ, ਸਾਰੀਆਂ ਚੀਜ਼ਾਂ ਨੇ ਉਰੇ ਆਈਆਂ ਵੀ ਇਦੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ ਸੰਘਰਸ਼ ਦੇ ਵਿੱਚ। ਮਜ਼ਦੂਰ ਏਕਤਾ ਜਿੰਦਾਬਾਦ। ਸਾਡੇ ਤੇ ਕਰ ਲੋ ਜਥੇਦਾਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੱਲ ਸੁਪਰੀਮ ਕੋਰਟ ਵੱਲੋਂ ਅੰਤਰਿਮ ਫੈਸਲਾ ਸੁਣਾਇਆ ਗਿਆ ਹੈ ਕਿ ਇਹਨਾਂ ਕਾਨੂੰਨਾਂ ਨੂੰ ਸਥਗਿਤ ਕਰ ਦਿੱਤਾ ਗਿਆ ਹੈ ਕੁਝ ਸਮੇਂ ਲਈ, ਤੇ ਕੀ ਲੱਗਦਾ ਕਿ ਕੀ ਇਹਦੇ ਪਿੱਛੇ ਵੀ ਸਰਕਾਰ ਦੀ ਕੋਈ ਨਵੀਂ ਰਣਨੀਤੀ ਹੈ? ਬਿਲਕੁਲ ਜੀ, ਸਰਕਾਰ ਆਪਦੇ ਗਲੋਂ ਜਿਹੜਾ ਡਿਸੀਜਨ ਦਾ ਫੈਸਲਾ ਸੀ ਕੋਰਟ ਦੇ ਵੱਲ ਧੱਕ ਰਹੀ ਹੈ, ਤੇ ਅਸੀਂ ਕੋਰਟ ਦੀ ਸਤਿਕਾਰ ਕਰਦੇ ਹਾਂ, ਪਰ ਕੋਰਟ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਡਿਸੋਲਵ ਕਰੇ, ਨਾ ਕਿ ਸਸਪੈਂਡ ਕਰੇ, ਕਿਉਂਕਿ ਇਹਦੇ ਨਾਲ ਸਾਡਾ ਸਰਦਾ ਨਹੀਂ ਹੈ। ਕੱਲ ਨੂੰ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਨੇ, ਉਹ ਫਿਰ ਇਹਨੂੰ ਸਟੇ ਵਿਕੇਟ ਕਰ ਦੇਣਗੇ ਤੇ ਫੈਸਲਾ ਉਹੀ ਸ਼ੁਰੂ ਹੋ ਜਾਊਗਾ। ਦੂਜੀ ਗੱਲ ਮੈਂ ਕਮੇਟੀ ਬਾਰੇ ਕਰਾਂ, ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਬਹੁਤਿਆਂ ਨੂੰ ਤਾਂ ਜਾਣਦਾ ਨਹੀਂ, ਮੈਂ ਭੁਪਿੰਦਰ ਸਿੰਘ ਮਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਜਿਹੜੇ ਬੰਦੇ ਨੇ 85 'ਚ ਸਾਡਾ ਅੰਦੋਲਨ ਫੇਲ ਕੀਤਾ ਸੀ, ਔਰ ਇਹ ਸੱਜਣ ਨੇ 29 ਲੱਖ ਰੁਪਏ ਦਾ ਸਾਡਾ ਆਟਾ ਤੇ ਗੁੜ ਵੇਚ ਕੇ ਤੇ ਰਾਜ ਸਭਾ ਦੀ ਮੈਂਬਰੀ ਲਈ ਸੀ, ਤੇ ਇਹਨੇ ਇਹੋ ਜਿਹੇ ਗਦਾਰਾਂ ਤੋਂ ਅਸੀਂ ਕੀ ਆਸ ਰੱਖ ਸਕਦੇ? ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸੁਪਰੀਮ ਕੋਰਟ ਨੂੰ ਵੀ ਜਾਂ ਤਾਂ ਕਿਸੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੇ ਅੰਡਰ ਇਹ ਕਮੇਟੀ ਬਣਾਈ ਜਾਵੇ, ਜਾਂ ਕੋਈ ਰਿਟਾਇਰ ਜੱਜ ਜਿਹੜੇ ਸਿਆਣੇ ਜੱਜ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਏ, ਨਾ ਕਿ ਪੋਲੀਟੀਕਲ ਲੋਕਾਂ ਦੀ ਬਣਾਈ ਜਾਏ ਜਿਹੜੇ ਕਿ ਕਾਨੂੰਨ ਦੇ ਹੱਕ 'ਚ ਪਹਿਲਾਂ ਹੀ ਬੋਲਦੇ ਨੇ, ਤੇ ਉਹਨਾਂ ਤੋਂ ਸਾਨੂੰ ਕੋਈ ਬਹੁਤੀ ਆਸ ਵੀ ਨਹੀਂ ਹੈਗੀ, ਤੇ ਅਸੀਂ ਸਾਡੀ ਜਿਹੜੀ ਕਮੇਟੀ ਉਹਨਾਂ ਦੇ ਅੱਗੇ ਪੇਸ਼ ਵੀ ਨਹੀਂ ਹੋਏਗੀ। ਇਸ ਕਰਕੇ ਅਸੀਂ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਨਿਰਪੱਖ ਕੋਈ ਜੱਜ ਨੇ ਉਹਨਾਂ ਦੀ ਕਮੇਟੀ, ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਬੇਸ਼ੱਕ ਚੀਫ ਜਸਟਿਸ ਸਾਹਿਬ ਆਪਦੀ ਕਮੇਟੀ ਬਣਾ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਾਨੂੰ ਉਹਨਾਂ ਤੇ ਇਤਬਾਰ ਹੈ, ਲੇਕਿਨ ਸਾਰੇ ਪੱਖ ਵਿਚਾਰ ਕੇ ਕੋਈ ਫੈਸਲਾ ਕੀਤਾ ਜਾਵੇ। ਇਹ ਅੰਦੋਲਨ ਨੂੰ ਖੰਡਾਉਣ ਵਾਸਤੇ ਇਹ ਫੈਸਲੇ ਨਾ ਕੀਤੇ ਜਾਣ। ਸੋ 26 ਜਨਵਰੀ ਦੇ ਐਕਸ਼ਨ ਨੂੰ ਲੈ ਕੇ, 26 ਜਨਵਰੀ ਦੀ ਟਰੈਕਟਰ ਮਾਰਚ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਨੇ, ਤੇ ਬਹੁਤ ਡਰੀ ਵੀ ਹੋਈ ਹੈ ਸਰਕਾਰ, ਕਿਤੇ ਨਾ ਕਿਤੇ ਦਬਾਅ ਬਣਿਆ ਨਜ਼ਰ ਆ ਰਿਹਾ ਤੁਹਾਨੂੰ? ਨਹੀਂ, ਦੇਖੋ ਜਿਹੜੀ ਸਾਡੇ ਸੋਚਣੀ ਹੈ ਸਾਡੀ ਕਿ ਸਰਕਾਰ ਬੜੀ ਚਾਲਬਾਜ਼ ਹੈ, ਉੱਪਰੋਂ ਉਹ ਦਿਖਾਉਂਦੀ ਹੈ ਕਿ ਅਸੀਂ ਡਰੇ ਹੋਏ ਆ, ਅੰਦਰੂਨੀ ਆਪਣਾ ਜਿਹੜਾ ਸਿਸਟਮ ਹੈ ਸਾਰਾ ਉੱਥੇ ਹੀ ਰੱਖਣਾ ਚਾਹੁੰਦੀ, ਕਿਉਂਕਿ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ। ਅਸੀਂ ਜਿਹੜੀ 26 ਜਨਵਰੀ ਦੀ ਪਰੇਡ ਕਰ ਰਹੇ ਹਾਂ ਵੀਰ ਜੀ, ਨਾ ਤਾਂ ਅਸੀਂ ਲਾਲ ਕਿਲੇ ਤੇ ਜਾਵਾਂਗੇ, ਨਾ ਅਸੀਂ ਕਿਸੇ ਹੋਰ ਡਿਸਟਰਬੈਂਸ ਕਰਾਂਗੇ। ਸਾਨੂੰ ਤਾਂ ਆਪਣਾ ਹੈ, ਕੋਈ ਜਾਂ ਤਾਂ ਸਪੈਸੀਮਨ ਏਰੀਆ ਦੇ ਦੇਣ ਸਾਨੂੰ, ਵੀ ਉਸ ਏਰੀਆ 'ਚ ਅਸੀਂ ਆਪਣੀ ਕਿਸਾਨ ਪਰੇਡ ਕਰਕੇ ਵਾਪਸ ਆ ਜਾਵਾਂਗੇ। ਸਾਡਾ ਮਕਸਦ ਸ਼ਾਂਤਮਈ ਹੈ, ਨਾ ਕਿ ਕਿਸੇ ਦਾ ਪ੍ਰੋਗਰਾਮ ਡਿਸੋਲਵ ਕਰਨਾ। 26 ਜਨਵਰੀ ਬਹੁਤ ਵੱਡਾ ਪ੍ਰੋਗਰਾਮ ਹੈ, ਅਸੀਂ ਇਹ ਨਹੀਂ ਚਾਹੁੰਦੇ ਕਿ ਹਿੰਦੁਸਤਾਨ ਦੀ ਬੇਇੱਜ਼ਤੀ ਬਾਹਰਲੇ ਦੇਸ਼ਾਂ 'ਚ ਹੋਵੇ। ਕੇਂਦਰ ਵੱਲੋਂ ਦੁਬਾਰਾ ਰਾਮਲੀਲਾ ਮੈਦਾਨ ਦਾ ਮੁੱਦਾ ਚੱਕਿਆ ਗਿਆ ਕਿ ਇਹਨਾਂ ਨੂੰ ਉਹ ਜਗ੍ਹਾ ਦੇ ਦਿੰਦੇ ਆ, ਤੇ ਕਿਸਾਨ ਆਗੂਆਂ ਦਾ ਇਹ ਕਹਿਣਾ ਸੀਗਾ ਕਿ ਜੇ ਉੱਥੇ ਭੇਜਣਾ ਸੀਗਾ ਤੇ ਪਹਿਲਾਂ ਬੈਰੀਕੇਡ ਹੀ ਸੀ ਨਹੀਂ ਲਾਉਣੇ, ਸਾਨੂੰ ਰੋਕਣਾ ਹੀ ਨਹੀਂ ਸੀ ਬਾਰਡਰ ਤੇ ਕੀ ਲੱਗਦਾ ਕਿੰਨੀ ਕੁ ਠੀਕ ਗੱਲ ਕਹੀ ਆ ਉਹਨਾਂ ਨੇ? ਨਹੀਂ, ਬਿਲਕੁਲ ਸੱਚੀ ਗੱਲ ਹੈ ਜੀ। ਅਸੀਂ ਦੇਖੋ ਭਾਜੀ, ਇੱਕ ਬੇਨਤੀ ਹੈ ਮੇਰੀ, ਤੁਸੀਂ ਆਪ ਦੇਖਦੇ ਹੋ ਉਦੋਂ ਦੇ, ਤੁਸੀਂ ਵੀ ਵਿਚਰਦੇ ਹੋ, ਤੇ ਮੇਰੀ ਤੁਸੀਂ ਦੇਖਿਆ ਹੋਵੇਗਾ ਕਿ ਕੱਲੇ ਸਿੰਘੂ ਬਾਰਡਰ ਦੀ ਜਿੰਨੀ ਸੰਗਤ ਬੈਠੀ ਹੈ ਉਹ ਰਾਮਲੀਲਾ ਮੈਦਾਨ 'ਚ ਨਹੀਂ ਆਊਗੀ, ਕਿਉਂਕਿ ਆਪਾਂ ਰਾਮਲੀਲਾ ਮੈਦਾਨ 'ਚ ਪਹਿਲਾਂ ਬੜੇ ਪ੍ਰੋਗਰਾਮ ਕਰ ਚੁੱਕੇ ਹਾਂ, ਤੇ ਉਹ ਆਬਾਦੀ ਦੇ ਵਿੱਚ ਵੀ ਹੈ ਕਿ ਅਸੀਂ ਆਬਾਦੀ ਨੂੰ ਡਿਸਟਰਬ ਕਰਨਾ ਨਹੀਂ ਚਾਹੁੰਦੇ ਕਿਸੇ ਦੀ ਨੂੰ। ਜੇ ਉਹਨਾਂ ਨੇ ਪ੍ਰੋਗਰਾਮ ਸਾਨੂੰ ਦੇਣਾ, ਅਸੀਂ ਮੰਗੇ ਰਾਮਲੀਲਾ ਗਰਾਊਂਡ ਸੀ, ਅਸੀਂ ਇਹ ਥੋੜ੍ਹਾ ਮੰਗੇ ਕਿ ਅਸੀਂ ਸੜਕਾਂ ਤੇ ਬੈਠਾਂਗੇ, ਤੇ ਉਦੋਂ ਦੇ ਦਿੰਦੇ, ਅਸੀਂ ਉਸ ਹਿਸਾਬ ਨਾਲ ਡਿਸਾਈਡ ਕਰ ਲੈਂਦੇ। ਹੁਣ ਦੇਖੋ ਅਸੀਂ ਕਰੋੜਾਂ ਅਰਬਾਂ ਰੁਪਈਆ ਅਸੀਂ ਇਹਨਾਂ ਤੇ ਲਾ ਚੁੱਕੇ ਹਾਂ, ਪੱਕੇ ਸ਼ੈੱਡ ਬਣਾ ਚੁੱਕੇ ਹਾਂ, ਰਹਿਣ ਸਹਿਣ ਦੇ ਆਹ ਹੀ ਤੁਸੀਂ ਦੇਖ ਲਓ, ਜਿਹੜਾ ਸਾਡਾ ਲੰਗਰ ਚੱਲਦਾ ਇਹਦੇ ਤੇ ਘੱਟੋ ਘੱਟ 1 ਕਰੋੜ ਰੁਪਈਆ ਖਰਚਾ ਆਇਆ ਵਾ। ਹੁਣ ਅਸੀਂ ਇਹਨੂੰ ਸ਼ਿਫਟ ਕਿਵੇਂ ਕਰਾਂਗੇ? ਸਰਦਾਰ ਦਰਸ਼ਨ ਸਿੰਘ ਧਾਲੀਵਾਲ ਦੇ ਅਮਰੀਕਾ 'ਚ ਆ ਕੇ ਆਪਣਾ ਪ੍ਰੋਗਰਾਮ ਕੀਤਾ ਹੈ, ਤੇ ਉਹਨਾਂ ਨੇ ਵੀ 1 ਕਰੋੜ ਰੁਪਈਆ ਇੱਥੇ ਲਾ ਚੁੱਕੇ ਨੇ, ਔਰ ਉਹਨਾਂ ਦਾ 5-7 ਕਰੋੜ ਰੁਪਈਆ ਲਾਉਣ ਦਾ, ਹੋਰ ਵੀ ਜਿੰਨਾ ਚਿਰ ਲੰਮਾ ਸਮਾਂ ਚੱਲੇਗਾ ਲਾਉਣ ਦਾ ਇਰਾਦਾ ਹੈ। ਤਾਂ ਅਸੀਂ ਇਹੋ ਜਿਹੇ ਲੰਗਰ ਕਿਵੇਂ ਸ਼ਿਫਟ ਕਰਾਂਗੇ ਜੀ ਉੱਥੇ? ਇਸ ਕਰਕੇ ਸਾਡੀ ਮਜਬੂਰੀ ਵੀ ਹੈ, ਅਸੀਂ ਬੰਦ ਨਹੀਂ ਕੀਤਾ ਕੋਈ ਰਸਤਾ, ਅਸੀਂ ਲੋਕਾਂ ਨੂੰ ਕੋਆਪਰੇਟ ਕਰਦੇ। ਉਸ ਦਿਨ ਤੇ ਅਸੀਂ ਆਪਣੀਆਂ ਡਿਊਟੀਆਂ ਲਾਉਂਦੇ ਹਾਂ, ਸਾਡੇ ਕਿਸਾਨ ਰਾਤ ਨੂੰ ਵੀ ਡਿਊਟੀਆਂ ਕਰਦੇ, ਦਿਨੇ ਵੀ ਕਰਦੇ, ਉਹਨਾਂ ਦੇ ਘਰਾਂ ਦੀਆਂ ਰਾਖੀਆਂ ਵੀ ਅਸੀਂ ਕਰਦੇ ਹਾਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੋ ਜਿਹੇ ਅਸੀਂ ਲੋਕ ਹਾਂ, ਸਾਨੂੰ ਉਹੋ ਜਿਹਾ ਹੀ ਗਰਦਾਨਿਆ ਜਾਵੇ, ਕਦੇ ਅੱਤਵਾਦੀ, ਕਦੇ ਦੂਜਾ ਤੀਜਾ, ਇਹ ਨਾ ਸਾਨੂੰ ਕਿਹਾ ਜਾਵੇ, ਕਿਉਂਕਿ ਅਸੀਂ ਦੇਸ਼ ਦੇ ਵਿੱਚ ਕਦੇ ਵੀ ਅਰਾਜਕਤਾ ਨਹੀਂ ਫੈਲਾਈ। ਅਸੀਂ ਪਿਆਰ ਸਤਿਕਾਰ ਨਾਲ ਰਹਿਣ ਵਾਲੇ ਲੋਕ ਹਾਂ, ਤੇ ਪਿਆਰ ਸਤਿਕਾਰ ਨਾਲ ਹੀ ਸਾਨੂੰ ਡੀਲ ਕੀਤਾ। ਤੇ ਲੋਹੜੀ ਦੇ ਖਾਸ ਮੌਕੇ ਤੇ ਕੀ ਕਹਿਣਾ ਚਾਹੋਗੇ ਤੁਸੀਂ? ਲੋਹੜੀ ਸਾਡਾ ਬੜਾ ਪਵਿੱਤਰ ਤਿਉਹਾਰ ਹੈ ਜੀ, ਖਾਸ ਕਰਕੇ ਪੰਜਾਬੀਆਂ ਦਾ, ਤੇ ਉਹਨੂੰ ਅਸੀਂ ਸ਼ਾਨ ਸ਼ੌਕਤ ਨਾਲ ਇਹਨਾਂ ਥਾਵਾਂ ਤੇ ਜਿੱਥੇ ਜਿੱਥੇ ਸਾਡੇ ਸਾਰੇ ਵੀਰ ਬੈਠੇ ਨੇ, ਅਸੀਂ ਉਹਨਾਂ ਨਾਲ ਇੱਕ ਦੂਜੇ ਨਾਲ ਕੰਬਾਈਨਡ ਕਰਕੇ ਮਨਾਵਾਂਗੇ, ਔਰ ਸਦਾ ਅਸੀਂ ਚੜ੍ਹਦੀਆਂ ਕਲਾ 'ਚ ਰਵਾਂਗੇ। ਸੋ ਜੀ, ਲੋਹੜੀ ਦੇ ਤਿਉਹਾਰ ਮੌਕੇ ਤੁਸੀਂ ਦੇਖਿਆ ਕਿ ਅੱਜ ਵੀ ਇਹੀ ਕਹਿਣਾ ਆ, 49 ਦਿਨ ਹੋ ਚੁੱਕੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਇੰਤਜ਼ਾਮ ਤੁਸੀਂ ਦੇਖੇ, ਕਹਿਣਾ ਇੱਕੋ ਹੀ ਗੱਲ ਹੈ
ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਜਿੰਨਾ ਮਰਜ਼ੀ ਉਹਨਾਂ ਨੂੰ ਸਥਗਿਤ ਕਰ ਦਿੱਤਾ ਜਾਵੇ। ਇਹ ਇਹ ਕਿਸਾਨਾਂ ਵੱਲੋਂ ਕਦੇ ਵੀ ਮਨਜ਼ੂਰ ਨਹੀਂ ਕੀਤਾ ਜਾਊਗਾ। ਸੋ ਕੀ ਇਲਜ਼ਾਮਾਤ ਨੇ ਇੱਥੇ ਉਹ ਤੁਹਾਨੂੰ ਦਿਖਾਉਣੇ ਬਾਕੀ ਰਹਿ ਗਏ ਸਨ। ਆਓ ਤੁਹਾਨੂੰ ਦਿਖਾਉਂਦੇ ਆ ਕਿ ਕੀ ਇੰਤਜ਼ਾਮ ਕੀਤੇ ਗਏ ਨੇ। 5000 ਲੋਕਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ। ਲੰਗਰ ਚੱਲ ਰਿਹਾ ਹੈ, ਤੁਸੀਂ ਦੇਖ ਸਕਦੇ ਹੋ ਕਿ ਸਮਾਨ ਆ ਰਿਹਾ ਹੈ, ਬਹੁਤ ਸਾਰਾ ਸਬਜ਼ੀਆਂ ਆ ਰਹੀਆਂ ਨੇ, ਆਲੂ ਤੁਸੀਂ ਦੇਖ ਸਕਦੇ ਹੋ। ਆਓ ਜੀ। ਹਾਂਜੀ, ਸੋ ਸਿਰਫ ਇਹ ਗੱਲ ਕਹਿਣ ਦੀ ਗੱਲ ਨਹੀਂ ਹੈ ਕਿ ਕੱਲੀ ਕਹਿਣ ਦੀ ਗੱਲ ਨਹੀਂ ਹੈ ਕਿ ਸਾਲ ਦਾ 2 ਸਾਲ ਦਾ ਇੰਤਜ਼ਾਮ ਕੀਤਾ ਹੋਇਆ, ਤੁਸੀਂ ਦੇਖ ਵੀ ਸਕਦੇ ਹੋ। ਇਹ ਕਿੰਨੂ ਨੇ ਸੋ ਮੇਰੇ ਖਿਆਲ ਨਾਲ ਬਹੁਤ ਵੱਡਾ ਉਪਰਾਲਾ ਹੁੰਦਾ ਆ ਜਦੋਂ ਤੁਸੀਂ ਕੋਈ ਮੂਵਮੈਂਟ ਚਲਾਉਂਦੇ ਹੋ। ਬਹੁਤ ਅਹਿਮੀਅਤ ਰੱਖਦਾ ਹੈ ਉੱਥੇ ਲੰਗਰ ਦਾ ਮਿਲਣਾ, ਲੰਗਰ ਦਾ ਵੰਡਣਾ, ਲੋਕਾਂ ਨੂੰ ਲੰਗਰ ਛਕਾਉਣਾ ਤੇ ਆਪਦੇ ਲੋਕਾਂ ਨੂੰ ਵੀ ਲੰਗਰ ਛਕਾਉਣਾ। ਪਾਣੀ ਤੁਸੀਂ ਦੇਖ ਸਕਦੇ ਹੋ। ਸੋ ਇਹ ਅਸੀਂ ਭੰਡਾਰ ਘਰ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ। ਇੱਥੇ ਭੰਡਾਰ ਲੱਗੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਅਨਾਜ ਦੇ ਭੰਡਾਰ, ਆਟੇ ਦੀਆਂ ਬੋਰੀਆਂ ਤੁਸੀਂ ਦੇਖ ਸਕਦੇ ਹੋ। 6 ਮਹੀਨੇ ਦਾ ਰਾਸ਼ਨ ਤੁਸੀਂ ਦੇਖ ਰਹੇ ਹੋ। ਸੋ ਕਮੀ ਕੋਈ ਨਹੀਂ ਹੈ ਜੀ। ਜੋ ਲੋਕ ਅੱਜ ਵੀ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ। ਇੱਕ ਸੱਦਾ ਹੈ, ਖੁੱਲ੍ਹਾ ਸੱਦਾ ਹੈ, ਤੁਸੀਂ ਆ ਸਕਦੇ ਹੋ। ਰਹਿਣ ਲਈ ਬਹੁਤ ਵੱਡੀ ਜਗ੍ਹਾ ਹੈ, ਕਿਤੇ ਵੀ ਕੋਈ ਕਮੀ ਨਹੀਂ ਹੈ, ਖਾਣ ਦੀ ਕੋਈ ਕਮੀ ਨਹੀਂ ਹੈ, ਤੁਸੀਂ ਦੇਖ ਸਕਦੇ ਹੋ। ਜਿਹੜੇ ਪੰਜਾਬ 'ਚ ਘਰਾਂ 'ਚ ਬੈਠੇ ਨੇ ਜੀ, ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਆ ਕੇ ਸਾਡਾ ਸਾਥ ਦਿਓ। ਕਿਸੇ ਚੀਜ਼ ਦੀ ਵੀ ਲੋੜ ਨਹੀਂ ਇੱਥੇ ਅਕੋਮੋਡੇਸ਼ਨ ਰਹਿਣ ਵਸੇਰਾ ਬਣਾ ਰੱਖਿਆ ਜੀ। ਸਰਦਾਰ ਦਰਸ਼ਨ ਸਿੰਘ ਰਖੜਾ ਸਾਹਿਬ ਨੇ ਆ ਕੇ 6 ਮਹੀਨੇ ਦਾ ਸਾਡੇ ਕੋਲ ਰਾਸ਼ਨ ਹੈ ਜੀ। ਖਾਣ ਨੂੰ ਵੀ ਦਿਆਂਗੇ ਤੇ ਸੌਣ ਨੂੰ ਦਿਆਵਾਂਗੇ, ਨਹਾਉਣ ਦਾ, ਲੈਟਰਿੰਗ ਬਾਥਰੂਮ ਦਾ ਸਾਰਾ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਜੀ। ਕਿਸੇ ਚੀਜ਼ ਦਾ ਵੀ ਕੋਈ ਘਾਟਾ ਨਹੀਂ ਹੋਏਗਾ ਜੀ। ਇੱਥੇ ਆ ਕੇ ਇੱਕ ਜਿਵੇਂ ਲੋੜ ਬਦੀ ਦੇ ਇਸਰਾਦ ਲੀਡਰ ਆ ਉਕਣ, ਜਿਵੇਂ ਇਸ ਬੁਰਾਈ ਦੀ ਚੰਗਿਆਈ ਤੇ ਜਿੱਤ ਕਰਾਂਗੇ, ਜਿੱਤੇ ਗਏ ਜਾਵਾਂਗੇ। ਮੈਂ ਪੂਰੇ ਵਰਲਡ ਦੇ ਵਿੱਚ ਲੋਕਾਂ ਨੂੰ ਅਪੀਲ ਕਰਦਾ ਹੱਥ ਬੰਨ੍ਹ ਕੇ ਵੀ 26 ਜਨਵਰੀ ਨੂੰ ਵੱਧ ਤੋਂ ਵੱਧ ਟਰੈਕਟਰ ਲੈ ਕੇ ਦਿੱਲੀ ਪਹੁੰਚੋ। ਪਰੇਡ ਦੇ ਵਿੱਚ ਇਹੀ ਬੇਨਤੀ ਹੈ ਕਿ ਆਪਾਂ ਨੇ ਕਾਨੂੰਨ ਰੱਦ ਕਰਕੇ ਜਾਣਾ। ਬਾਕੀ ਤੁਹਾਨੂੰ ਇੰਤਜ਼ਾਮ ਦਿਖਾਉਂਦੇ ਆ ਜੋ ਦਰਸ਼ਨ ਸਿੰਘ ਢਾਲੀਵਾਲ USA ਰਖੜਾ ਪਰਿਵਾਰ ਵੱਲੋਂ, ਤਿੰਨੇ ਭਰਾਵਾਂ ਵੱਲੋਂ, ਸਰਦਾਰ ਦਰਸ਼ਨ ਸਿੰਘ USA, ਸਰਦਾਰ ਸਰਜੀਤ ਸਿੰਘ ਰਖੜਾ, ਸਰਦਾਰ ਚਰਨਜੀਤ ਸਿੰਘ ਰਖੜਾ ਵੱਲੋਂ ਇੰਤਜ਼ਾਮ ਕੀਤੇ ਨੇ। ਸਾਲ ਭਰ ਦੇ, ਚਾਹੇ ਇੱਥੇ 2 ਸਾਲ ਲੱਗ ਜਾਣ, 10 ਸਾਲ ਲੱਗ ਜਾਣ, 4 ਸਾਲ ਲੱਗ ਜਾਣ, ਇਹ ਇੰਤਜ਼ਾਮ ਹੁਣ ਕਰਕੇ ਜਾਵਾਂਗੇ। ਹੋਰ ਇੰਤਜ਼ਾਮ ਤੁਹਾਨੂੰ ਦਿਖਾਉਂਦੇ ਆ, ਸਿਰਫ ਇਹੀ ਨਹੀਂ। ਫਿਲਹਾਲ ਤੁਸੀਂ ਸਿਰਫ ਭੰਡਾਰ ਗ੍ਰਹਿ ਦੇਖਿਆ ਜਿੱਥੇ ਕਿ ਫਿਲਹਾਲ ਆਓ ਤੁਹਾਨੂੰ ਦਿਖਾਉਂਦੇ ਆ। ਚੀਨੀ ਦੇ ਭੰਡਾਰ ਲੱਗੇ ਪਏ ਨੇ। ਠੰਡ ਤੋਂ ਬਚਣ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ। ਪਿੰਨੀਆਂ ਤੁਸੀਂ ਦੇਖ ਸਕਦੇ ਹੋ, ਲੱਡੂ ਤੁਸੀਂ ਦੇਖ ਸਕਦੇ ਹੋ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਦੇਖ ਸਕਦੇ ਹੋ ਕਿ ਖਾਣ ਪੀਣ ਦੇ ਕਿਸੇ ਵੀ ਸਮਾਨ ਦੀ ਕਮੀ ਨਹੀਂ ਹੈ। ਹਰ ਚੀਜ਼ ਤੁਹਾਨੂੰ ਇੱਥੇ ਮਿਲੇਗੀ, ਇਸ ਇੱਕ ਛੱਤ ਦੇ ਥੱਲੇ ਮਿਲੇਗੀ। ਚਾਹੇ ਤੁਸੀਂ ਸਰਦੀਆਂ ਦੇ ਵਿੱਚ ਰਹਿਣ ਲਈ ਰਹਿਣ ਬਸੇਰਾ ਲੱਭ ਰਹੇ ਹੋ, ਲੰਗਰ ਲੈ ਲਓ, ਫਰੂਟ ਲੈ ਲਓ,
ਕੋਈ ਵੀ ਚੀਜ਼ ਹੈ ਤੁਹਾਨੂੰ ਇੱਥੇ ਕਮੀ ਨਹੀਂ ਹੋਊਗੀ। ਹਰ ਚੀਜ਼ ਤੁਹਾਨੂੰ ਇੱਕ ਛੱਤ ਥੱਲੇ ਮਿਲੂਗੀ। ਤੁਹਾਡੇ ਸੌਣ ਦਾ ਇੰਤਜ਼ਾਮ ਇੱਥੇ ਹੋ ਜਾਏਗਾ, ਤੁਹਾਡੇ ਰਹਿਣ ਦਾ ਇੰਤਜ਼ਾਮ ਇੱਥੇ ਹੋ ਜਾਏਗਾ, ਨਹਾਉਣ ਧੋਣ ਦੀ ਕੋਈ ਵੀ ਦਿੱਕਤ ਨਹੀਂ ਆਏਗੀ। ਸੋ ਬੜੇ ਚੰਗੇ ਇੰਤਜ਼ਾਮ ਕੀਤੇ ਗਏ ਨੇ। ਭੰਡਾਰ ਗ੍ਰਹਿ ਤੁਸੀਂ ਦੇਖਿਆ। ਆਓ ਅੱਗੇ ਚੱਲਦੇ ਹਾਂ, ਦੇਖਦੇ ਹਾਂ ਕਿ ਹੋਰ ਕੀ ਆ। ਲੰਗਰ ਹਾਲ, ਸੋ ਅੱਗੇ ਲੰਗਰ ਹਾਲ ਦੇਖ ਸਕਦੇ ਹੋ ਤੁਸੀਂ। ਖਾਸ ਤੌਰ ਤੇ ਹਲਵਾਈਆਂ ਵੱਲੋਂ ਲੰਗਰ ਬਣਾਇਆ ਜਾ ਰਿਹਾ ਹੈ। ਸਫਾਈ ਦਾ ਬਹੁਤ ਹੀ ਖਾਸ ਧਿਆਨ ਰੱਖਿਆ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਸਾਰੇ ਪ੍ਰਬੰਧ ਤੁਹਾਨੂੰ ਦਿਖਾ ਰਹੇ ਸੀਗੇ। ਰੱਖੜਾ ਪਰਿਵਾਰ ਵੱਲੋਂ ਜੋ ਵੀ ਪ੍ਰਬੰਧ ਇੱਥੇ ਕੀਤੇ ਗਏ ਨੇ ਲੋਕਾਂ ਦੇ ਰਹਿਣ ਵਾਸਤੇ, ਤੁਹਾਨੂੰ ਦੱਸਿਆ ਪਹਿਲਾਂ ਵੀ ਕਿ 5000 ਤੋਂ ਜ਼ਿਆਦਾ ਲੋਕ ਇੱਥੇ ਰਹਿ ਸਕਦੇ ਨੇ। ਖਾਣ ਪੀਣ ਦੇ ਪ੍ਰਬੰਧ ਦਿਖਾਏ, ਭੰਡਾਰ ਗ੍ਰਹਿ ਦਿਖਾਇਆ, ਕੀ ਇੰਤਜ਼ਾਮ ਨੇ। 6 ਮਹੀਨੇ ਤੋਂ ਜ਼ਿਆਦਾ ਤੱਕ ਦਾ ਰਾਸ਼ਨ ਦਿਖਾਇਆ ਹੈ ਤੇ ਉਸੇ ਦੌਰਾਨ ਸਾਨੂੰ ਇਹ ਹਰਿਆਣਵੀ ਭਾਈ ਮਿਲ ਗਏ ਨੇ। ਆਓ ਪੁੱਛਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਇੰਤਜ਼ਾਮਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ। नमस्कार जी। नमस्कार जी भाई साहब, मेरा नाम केवल सिंह है, डिस्ट्रिक्ट हिसार हरियाणा से। हमने तो बड़े भाइयों का इतना ताम झाम इतनी चीज़ें देख के हैरान है कि हमारा दिल करता भाइयों से आगे 26 जनवरी के आगे हम घुसेंगे दिल्ली में, क्योंकि सोनिहाल बड़े भाइयों के सामने यही है कि पहले हम जाएंगे, सरकार का घुटनों को बल लाएंगे। हम 6 तारीख से आ रहे हैं, 6 दिसंबर से बैठे हैं। इक्का दुक्का बंदा चला जाता गाँव में, खेती का काम है, खार खुर बगवा के आ जाता है, लेकिन सरकार को ये बताते, वो कहते हैं ना कहाँ से आता है इनका, कहाँ से। अरे हम कमाते हैं, हम नहीं ला सकते तो कौन लाएगा। हम सत श्री अकाल, साल भर तक भी चलेगा तो भी डटे रहेंगे। अगर मोदी जी नहीं माने तो दिल्ली के ऊपर आज आक्रमण कर देंगे, मानेंगे हम भी नहीं, क्योंकि सबर का फल मीठा होता है। हमारे जो नेता हैं 40 किसान नेता, जैसा हमें कहेंगे वैसा ही हम बोलेंगे, हम गाली नहीं देंगे। देखो हमारे इक्का दुक्का हमारा बोल जाता कोई बात नहीं है, क्योंकि इक्का दुक्का आदमी का थोड़ा बुद्धि का हो जाता है, लेकिन हम गाली नहीं देंगे किसी को भी। लेकिन हम ये चाहते हैं कि सरकार हमारी बात माने। इतना जन सलाब, इतना इंसान यहाँ पर बैठा हुआ है, इनके भी घर परिवार है, बच्चे छोटे छोटे बच्चे हैं, डंगर है, पशु है, क्या ये यहीं आने के लिए बैठे हैं? शर्म करनी चाहिए सरकार को, सोचना चाहिए। इंसानियत बैठी है यहाँ पर रोड पे। अरे पहले कोरोना में कहा कोई रोड पे ना निकले, अब जमींदार जाट को रोड पे बिठा दिया, जमींदार किसान को ही सुने उन्होंने। तो मैं ये कहूँगा वाहेगुरु दिवस खालसा वाहेगुरु मौज कि दोनों भाई हम इकट्ठे बड़े हैं, ये हमारे बड़े भरा, हम छोटे हैं। हम जब तक नहीं तीनों काले कानून वापस नहीं लेंगे और MSP नहीं देंगे, हम डटे रहेंगे और सामना करेंगे। और सत श्री अकाल। आपके साथ और कितने लोग आए हैं? हमारे साथ हमारे पिंड से गांव खंडा केड़ी है हमारा, जींद भिवानी रोड पे, हमारे पिंड से लगभग 50-60 आदमी हैं। हमारे 2 ट्रैक्टर हैं, 4 ट्रालियाँ हैं। हम 22 तारीख को गांव में, हमें पिंड में सारे में गोवा दुआ दिया है, तकरीबन सारे हरियाणा में, कि 22 या 23 तारीख को हर पिंड से 25-25 ट्रैक्टर आएंगे। 22 तारीख को ही यहाँ पर डेरा डाल देंगे। जैसे फिर हमारे नेताजी कहेंगे 40 किसान मानिए हमारे, वैसा ही हम करेंगे। और पंजाब भाई बड़े भाई के सामने नहीं, आगे खड़े होंगे अब की बार हम, क्योंकि आगे खड़े होंगे ये देखेंगे भाई भी तुम्हारे छोटे भाई तुम्हारे लिए बैठे हैं। ਸੋ ਜੀ ਦੂਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਸਾਡੇ ਹਰਿਆਣਵੀ ਭਰਾਵਾਂ ਦੇ ਵਿੱਚ। ਉਹਨਾਂ ਨੇ ਦੱਸਿਆ ਕਿ 26 ਤਰੀਕ ਦੇ ਐਕਸ਼ਨ ਲਈ ਬਿਲਕੁਲ ਤਿਆਰ ਨੇ। 22 ਤਰੀਕ ਤੋਂ ਹੀ ਉਹਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਆਉਣਗੇ ਅਤੇ ਦਿੱਲੀ ਤੇ ਚੜ੍ਹਾਈ ਕੀਤੀ ਜਾਊਗੀ। ਸੋ ਆਓ ਤੁਹਾਨੂੰ ਅੱਗੇ ਲੈ ਚੱਲਦੇ ਹਾਂ, ਟੈਂਟ ਦਿਖਾਉਂਦੇ ਹਾਂ ਕਿ ਰਹਿਣ ਦੇ ਕੀ ਇੰਤਜ਼ਾਮ ਨੇ ਇੱਥੇ।